ਡੀਅਰ ਸਟੂਡੈਂਟਸ, ਅੱਜ ਦਾ ਸਮਾਂ ਜਿੱਥੇ ਅੰਤਰਰਾਸ਼ਟਰਵਾਦ ਦਾ ਯੁੱਗ ਹੈ, ਉੱਥੇ ਹੀ ਖੇਤਰੀ ਸਹਿਯੋਗ ਦਾ ਯੁੱਗ ਵੀ ਕਿਹਾ ਜਾ ਸਕਦਾ ਹੈ। ਵਿਸ਼ਵ ਦੇ ਸਾਰੇ ਹਿੱਸਿਆਂ ਦੇ ਵਿੱਚ ਰਾਜ ਆਪਣੇ ਆਲੇ ਦੁਆਲੇ ਦੇ ਰਾਜਾਂ ਦੇ ਨਾਲ ਸਹਿਯੋਗ ਵਧਾ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਆਪਸ ਦੇ ਵਿੱਚ ਵਪਾਰ ਕੀਤਾ ਜਾ ਸਕੇ ਅਤੇ ਆਪਣੀ ਇਕਨੋਮੀ ਨੂੰ ਸਟਰੋਂਗ ਕੀਤਾ ਜਾ ਸਕੇ। ਯੂਰਪ ਦੇ ਵਿੱਚ ਯੂਰਪੀਅਨ ਯੂਨੀਅਨ, ਉੱਤਰੀ ਅਮਰੀਕਾ ਦੇ ਵਿੱਚ ਨਾਫਟਾ, ਇਸ ਤਰ੍ਹਾਂ ਦੇ ਸੰਗਠਨ ਹਨ ਜਿਨ੍ਹਾਂ ਨੇ ਕਾਫੀ ਉਚਾਈਆਂ ਨੂੰ ਇਸ ਖੇਤਰ ਦੇ ਵਿੱਚ ਛੂਹਿਆ ਹੈ। ਭਾਰਤ ਦੱਖਣੀ ਏਸ਼ੀਆ ਦੇ ਵਿੱਚ ਪੈਂਦਾ ਹੈ। ਭਾਰਤ ਅਤੇ ਇਸ ਦੇ ਆਲੇ ਦੁਆਲੇ ਦੇ ਰਾਜਾਂ ਨੇ 8 ਰਾਜਾਂ ਨੇ ਮਿਲ ਕੇ ਸਾਰਕ ਦਾ ਗਠਨ ਕੀਤਾ ਹੋਇਆ ਹੈ, ਪਰੰਤੂ ਸਾਰਕ ਅਜੇ ਉਹ ਉਚਾਈਆਂ ਪ੍ਰਾਪਤ ਨਹੀਂ ਕਰ ਸਕਿਆ ਜਿਹੜੀਆਂ ਨਾਫਟਾ ਜਾਂ ਯੂਰਪੀਅਨ ਯੂਨੀਅਨ ਪ੍ਰਾਪਤ ਕਰ ਸਕੀ ਹੈ। ਸਾਰਕ ਬਹੁਪੱਖੀ ਸਹਿਯੋਗ ਦੇ ਵਿੱਚ ਕਿਉਂ ਪਿੱਛੇ ਹੈ ਅਤੇ ਉਸ ਨੂੰ ਕਿਵੇਂ ਅੱਗੇ ਲਿਜਾਇਆ ਜਾ ਸਕਦਾ ਹੈ, ਇਸ ਕੁਐਸਚਨ ਦੇ ਵਿੱਚ ਅਸੀਂ ਕੁਝ ਸੁਝਾਵਾਂ ਤੇ ਚਰਚਾ ਕਰਾਂਗੇ ਜਿਨ੍ਹਾਂ ਦੇ ਨਾਲ ਸਾਰਕ ਵੀ ਯੂਰਪੀਅਨ ਯੂਨੀਅਨ ਜਾਂ ਨਾਫਟਾ ਵਾਂਗ ਅੱਗੇ ਵੱਧ ਸਕਦਾ ਹੈ ਸਹਿਯੋਗ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ। ਸਾਰਕ ਰਾਜਾਂ ਦਾ ਸਹਿਯੋਗ ਅਜੇ ਤੱਕ ਸਿਰਫ ਆਰਥਿਕ ਖੇਤਰ ਤੱਕ ਹੀ ਸੀਮਿਤ ਹੈ, ਪਰੰਤੂ ਜਿੰਨਾ ਚਿਰ ਰਾਜਨੀਤਿਕ ਇੱਛਾ ਸ਼ਕਤੀ ਇਸ ਸਹਿਯੋਗ ਨੂੰ ਅੱਗੇ ਵਧਾਉਣ ਲਈ ਸਹਿਮਤ ਨਹੀਂ ਹੁੰਦੀ, ਉਹਨਾਂ ਚਿਰ ਆਰਥਿਕ ਖੇਤਰ ਦੇ ਵਿੱਚ ਵੀ ਸਹਿਯੋਗ ਦੇ ਵਿੱਚ ਕੁਝ ਵੱਡੀਆਂ ਮੱਲਾਂ ਨਹੀਂ ਮਾਰੀਆਂ ਜਾ ਸਕਦੀਆਂ। ਇਸ ਲਈ ਸਾਰਕ ਸਹਿਯੋਗ ਦੇ ਵਿੱਚ ਰਾਜਨੀਤਿਕ ਸਹਿਯੋਗ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਰਾਜਨੀਤਿਕ ਸਹਿਯੋਗ ਅਸੀਂ ਆਖਰੀ ਪੜਾਅ ਤੇ ਕਰਾਂਗੇ। ਰਾਜਨੀਤਿਕ ਸਹਿਯੋਗ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਜਿਵੇਂ ਜੇ ਵਪਾਰ ਖੋਲ੍ਹਿਆ ਜਾਂਦਾ ਹੈ ਤਾਂ ਨਾਗਰਿਕਾਂ ਦਾ ਇੱਕ ਦੂਸਰੇ ਰਾਜ ਦੇ ਵਿੱਚ ਆਉਣਾ ਜਾਣਾ ਵੀ ਆਸਾਨ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਜਦੋਂ ਲੋਕ ਆਪਸ ਦੇ ਵਿੱਚ ਜੁੜਨਗੇ, ਰਾਜਨੀਤਿਕ ਵਖਰੇਵੇਂ ਰਾਜਾਂ ਦੇ ਘਟਣਗੇ, ਪਾਪੂਲੇਸ਼ਨ ਦੇ ਰਾਜਨੀਤਿਕ ਵਖਰੇਵੇਂ ਘਟਣਗੇ, ਉਦੋਂ ਹੀ ਆਰਥਿਕ ਸਹਿਯੋਗ ਹੈ ਜਿਹੜਾ ਉਹ ਜ਼ਿਆਦਾ ਸ਼ਕਤੀਸ਼ਾਲੀ, ਜ਼ਿਆਦਾ ਵਧੀਆ ਹੋ ਸਕਦਾ ਹੈ। ਸਾਰਕ ਰਾਜਾਂ ਨੂੰ ਆਪਸੀ ਵਿਸ਼ਵਾਸ ਦੇ ਵਿਕਾਸ ਦੀ ਜ਼ਰੂਰਤ ਹੈ। ਆਪਸੀ ਵਿਸ਼ਵਾਸ ਦੀ ਕਾਫੀ ਕਮੀ ਪਾਈ ਜਾਂਦੀ ਹੈ ਸਾਰਕ ਰਾਜਾਂ ਦੇ ਵਿੱਚ। ਸਾਰਕ ਰਾਜਾਂ ਦੇ ਵਿੱਚ ਭਾਰਤ ਆਕਾਰ ਦੇ ਪੱਖ ਤੋਂ, ਪਾਪੂਲੇਸ਼ਨ ਦੇ ਪੱਖ ਤੋਂ, ਇਕਨੋਮੀ ਦੇ ਸਾਈਜ਼ ਦੇ ਪੱਖ ਤੋਂ ਬਹੁਤ ਵੱਡਾ ਹੈ ਬਾਕੀ ਸਾਰੇ ਹੀ ਰਾਜਾਂ ਦੇ ਮੁਕਾਬਲੇ। ਇਸ ਲਈ ਭਾਰਤ ਵੱਡਾ ਹੋਣ ਦੇ ਨਾਤੇ ਜੇਕਰ ਕੋਈ ਪਹਿਲ ਕਦਮੀ ਕਰਦਾ ਵੀ ਹੈ ਤਾਂ ਦੂਸਰੇ ਰਾਜ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਹਨ, ਪਰੰਤੂ ਜਿੰਨਾ ਚਿਰ ਆਪਸੀ ਵਿਸ਼ਵਾਸ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਆਰਥਿਕ ਖੇਤਰ ਦੇ ਵਿੱਚ, ਸਮਾਜਿਕ ਖੇਤਰ ਦੇ ਵਿੱਚ, ਰਾਜਨੀਤਿਕ ਖੇਤਰ ਦੇ ਵਿੱਚ ਕੋਈ ਏਕਤਾ ਲਿਆਉਣੀ, ਕੋਈ ਨੇੜਤਾ ਲਿਆਉਣੀ ਸੰਭਵ ਨਹੀਂ ਹੈ। ਇਸ ਲਈ ਸਭ ਤੋਂ ਪਹਿਲਾਂ ਇਹਨਾਂ ਨੂੰ ਇਸ ਤਰ੍ਹਾਂ ਦੇ ਸਟੈਪ ਚੁੱਕਣੇ ਪੈਣਗੇ ਸਾਰੇ ਹੀ ਰਾਜਾਂ ਨੂੰ ਜਿਹੜੇ ਇਹਨਾਂ ਦੇ ਆਪਸੀ ਵਿਸ਼ਵਾਸ ਨੂੰ ਬਹਾਲ ਕਰਨ। ਤੀਸਰਾ, ਇਹਨਾਂ ਰਾਜਾਂ ਨੂੰ, ਸਾਰਕ ਮੈਂਬਰਾਂ ਨੂੰ ਜ਼ਰੂਰਤ ਹੈ ਕਿ ਸਾਰਕ ਨੂੰ ਵੱਡੀਆਂ ਸ਼ਕਤੀਆਂ ਦੇ ਪ੍ਰਭਾਵ ਤੋਂ ਮੁਕਤ ਰੱਖਣ, ਕਿਉਂਕਿ ਵੱਡੀਆਂ ਸ਼ਕਤੀਆਂ ਸਾਰਕ ਅਧੀਨ ਜਿਹੜੀ ਸਾਂਝ ਪੈ ਰਹੀ ਹੈ ਉਸ ਨੂੰ ਆਪਣੇ ਲਈ ਖਤਰਨਾਕ ਸਮਝਦੀਆਂ ਹਨ। ਵੱਡੀਆਂ ਸ਼ਕਤੀਆਂ ਇਸ ਖੇਤਰ ਦੇ ਆਪਣਾ ਹੱਕ ਜਤਾਉਂਦੀਆਂ ਰਹਿੰਦੀਆਂ ਹਨ, ਕਿਉਂਕਿ ਇਹ ਜਿਹੜਾ ਖੇਤਰ ਹੈ ਪਹਿਲਾਂ ਯੂਰਪੀਅਨ ਰਾਜਾਂ ਦੇ ਕਬਜ਼ੇ ਵਿੱਚ ਰਿਹਾ ਹੈ, ਉਹਨਾਂ ਦੇ ਸਾਮਰਾਜ ਦਾ ਪਾਰਟ ਰਿਹਾ ਹੈ ਅਤੇ ਉਸ ਤੋਂ ਬਾਅਦ ਜਿਹੜੀਆਂ ਵੱਡੀਆਂ ਸ਼ਕਤੀਆਂ ਨੇ ਉਹਨਾਂ ਦੇ ਪ੍ਰਭਾਵ ਦੇ ਵਿੱਚ ਰਿਹਾ ਹੈ। ਇਸ ਖੇਤਰ ਦੇ ਵਿੱਚ ਵੱਡੀਆਂ ਸ਼ਕਤੀਆਂ ਡਿਵਾਈਡ ਐਂਡ ਰੂਲ ਦੀ ਪਾਲਿਸੀ ਅਡਾਪਟ ਕਰ ਰਹੀਆਂ ਹਨ, ਇਹਨਾਂ ਰਾਜਾਂ ਨੂੰ ਆਪਸ ਦੇ ਵਿੱਚ ਇਕੱਠੇ ਹੋਣ ਤੋਂ ਰੋਕ ਰਹੀਆਂ ਹਨ। ਇਸ ਦੀ ਇੱਕ ਉਦਾਹਰਨ ਸਾਨੂੰ ਮਿਲਦੀ ਹੈ ਕਿ 2014 ਵਿੱਚ ਜਦੋਂ ਕਾਠਮੰਡੂ ਸਿਖਰ ਸੰਮੇਲਨ ਹੋਇਆ ਸੀ ਸਾਰਕ ਦਾ, ਤਾਂ ਚੀਨ ਜਿਹੜਾ ਕਿ ਸਾਰਕ ਦਾ ਮੈਂਬਰ ਨਹੀਂ ਹੈ, ਚੀਨ ਨਾਲ ਵਿਸ਼ੇਸ਼ ਤੌਰ ਤੇ ਸਹਿਯੋਗ ਵਧਾਉਣ ਲਈ ਸਾਰਕ ਦਾ ਪਾਕਿਸਤਾਨ ਨੇ ਬਹੁਤ ਜ਼ਿਆਦਾ ਜ਼ੋਰ ਪਾਇਆ ਸੀ। ਭਾਵੇਂ ਕਿ ਇਹ ਤੱਥ ਅਜੇ ਵਿਚਾਰਨਯੋਗ ਹੈ ਕਿ ਚੀਨ ਦੇ ਨਾਲ ਸਾਰਕ ਦਾ ਸਹਿਯੋਗ ਵਧਾਉਣਾ ਸਾਰਕ ਮੈਂਬਰਾਂ ਲਈ ਲਾਭਦਾਇਕ ਹੈ ਜਾਂ ਨਹੀਂ ਲਾਭਦਾਇਕ, ਪਰੰਤੂ ਸਿਰਫ ਇਸ ਕਰਕੇ ਬਾਕੀ ਮੈਂਬਰਾਂ ਤੇ ਪ੍ਰਭਾਵ ਪਾਉਣਾ, ਬਾਕੀ ਮੈਂਬਰਾਂ ਤੇ ਦਬਾਅ ਪਾਉਣਾ ਕਿ ਚੀਨ ਅਤੇ ਪਾਕਿਸਤਾਨ ਆਪਸ ਦੇ ਵਿੱਚ ਨਜ਼ਦੀਕ ਹਨ, ਆਪਸ ਦੇ ਵਿੱਚ ਉਹਨਾਂ ਦੀ ਰਾਜਨੀਤਿਕ ਨੇੜਤਾ ਹੈ, ਤਾਂ ਉਹ ਸਾਰਕ ਦੇ ਇੰਟਰਸਟ ਦੇ ਵਿੱਚ ਨਹੀਂ ਹੈ, ਸਾਰਕ ਏਕਤਾ ਦੇ ਇੰਟਰਸਟ ਦੇ ਵਿੱਚ ਨਹੀਂ ਹੈ। ਸਾਰਕ ਨੂੰ ਜਿਹੜੀਆਂ ਬਾਹਰੀ ਸ਼ਕਤੀਆਂ ਨੇ ਉਹਨਾਂ ਦੀ ਜਿਹੜਾ ਵੀ ਕੋਈ ਕੋਸ਼ਿਸ਼ ਕਰਦੀਆਂ ਹਨ ਕੋਈ ਨੈਗੇਟਿਵ ਇੰਪੈਕਟ ਪਾਉਣ ਦੀ ਸਾਰਕ ਦੀ ਫੰਕਸ਼ਨਿੰਗ ਤੇ, ਉਹਨਾਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਚਾਹੀਦਾ ਹੈ, ਉਹਨਾਂ ਤੋਂ ਆਪਣੇ ਆਪ ਨੂੰ ਫਰੀ ਰੱਖਣਾ ਚਾਹੀਦਾ ਹੈ। ਨਹੀਂ ਤਾਂ ਜਿਹੜੀਆਂ ਇਹ ਵੱਡੀਆਂ ਆਰਥਿਕ ਸ਼ਕਤੀਆਂ, ਆਰਥਿਕ ਏਕੀਕਰਨ ਦੇ ਮਾਡਲ ਹਨ ਜਿਵੇਂ ਨਾਫਟਾ, ਯੂਰਪੀਅਨ ਯੂਨੀਅਨ ਜਾਂ ਪੈਸੀਫਿਕ ਆਈਲੈਂਡ ਫੋਰਮ, ਇਹ ਨਹੀਂ ਚਾਹੁੰਦੀਆਂ ਕਿ ਜਿਹੜੇ ਸਾਰਕ ਰਾਜ ਨੇ ਇਹਨਾਂ ਦੇ ਆਪਸੀ ਵਪਾਰ ਦੇ ਵਿੱਚ ਵਾਧਾ ਹੋਵੇ, ਇਹਨਾਂ ਦਾ ਇੰਟਰਾ ਸਾਰਕ ਵਪਾਰ ਵਧੇ, ਕਿਉਂਕਿ ਇਹ ਸਾਰਕ ਨੂੰ ਆਪਣੀ ਇੱਕ ਮੰਡੀ ਦੇ ਤੌਰ ਤੇ ਦੇਖਦੀਆਂ ਹਨ ਸਾਰੀਆਂ ਵੱਡੀਆਂ ਸ਼ਕਤੀਆਂ। ਚੌਥੀ ਸੁਜੈਸ਼ਨ ਹੈ ਕਿ ਪੀਪਲ ਟੂ ਪੀਪਲ ਕੰਟੈਕਟ ਦੇ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਦਾ ਆਪਸੀ ਲੋਕਾਂ ਨਾਲ ਸੰਪਰਕ ਵਧਾਇਆ ਜਾਣਾ ਚਾਹੀਦਾ ਹੈ। ਸਾਰਕ ਰਾਜਾਂ ਨੂੰ ਚਾਹੀਦਾ ਹੈ ਕਿ ਆਪਣੇ ਖੇਤਰ ਦੇ ਅੰਦਰ ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦੇਣ ਅਤੇ ਸਾਰਕ ਰਾਜਾਂ ਦਾ ਜੇ ਕੋਈ ਨਾਗਰਿਕ ਇੱਕ ਦੂਸਰੇ ਰਾਜ ਦੇ ਵਿੱਚ ਜਾਣਾ ਚਾਹੁੰਦਾ ਹੈ, ਵਿਜ਼ਿਟ ਕਰਨੀ ਚਾਹੁੰਦਾ ਹੈ, ਸੈਰ ਸਪਾਟੇ ਲਈ ਜਾਣਾ ਚਾਹੁੰਦਾ ਹੈ, ਤਾਂ ਉਹ ਆਰਾਮ ਨਾਲ ਆ ਜਾ ਸਕੇ।
ਜਿੰਨਾ ਚਿਰ ਲੋਕਾਂ ਦੇ ਵਿੱਚ ਖੇਤਰੀ ਏਕਤਾ ਦੀ ਭਾਵਨਾ ਪੈਦਾ ਨਹੀਂ ਹੁੰਦੀ, ਉਹਨਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਹਾਂ ਅਸੀਂ ਇੱਕ ਵਿਸ਼ੇਸ਼ ਖੇਤਰ ਦੇ ਬਸ਼ਿੰਦੇ ਹਾਂ, ਇਸ ਵਿਸ਼ੇਸ਼ ਖੇਤਰ ਦੇ ਨਾਲ ਸਾਡੇ ਇੰਟਰਸਟ ਜੁੜੇ ਹੋਏ ਹਨ, ਉਹਨਾਂ ਚਿਰ ਸਰਕਾਰਾਂ ਵੀ ਸਾਰਕ ਅਧੀਨ ਏਕਤਾ ਵੱਲ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਉਠਾ ਸਕਦੀਆਂ। ਪੰਜਵੀਂ ਸੁਜੈਸ਼ਨ ਕਹੀ ਜਾ ਸਕਦੀ ਹੈ ਕਿ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਜਿਹੜੇ ਸਾਰਕ ਰਾਜਾਂ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਦੇ ਹੋਣ, ਇੱਕ ਦੂਸਰੇ ਰਾਜ ਦੇ ਵਿੱਚ ਪ੍ਰੈਜ਼ੈਂਟ ਕੀਤੇ ਜਾਣ। ਸੱਭਿਆਚਾਰ ਇੱਕ ਪ੍ਰੋਗਰਾਮ ਨੇ ਜਿਹੜੇ ਇੱਕ ਦੂਸਰੇ ਪ੍ਰਤੀ ਦਿਲਚਸਪੀ ਅਤੇ ਭਰੋਸਾ ਪੈਦਾ ਕਰਦੇ ਹਨ। ਜਿੱਥੇ ਇੱਕ ਦੂਸਰੇ ਦੇ ਸੱਭਿਆਚਾਰ ਨੂੰ ਜਾਣੇ ਤੋਂ ਬਿਨਾਂ ਸਾਨੂੰ ਇੱਕ ਦੂਸਰੇ ਦੇ ਵਿੱਚ ਓਪਰਾਪਣ ਮਹਿਸੂਸ ਹੁੰਦਾ ਹੈ, ਉੱਥੇ ਸੱਭਿਆਚਾਰ ਨੂੰ ਜਾਣ ਕੇ ਸਾਨੂੰ ਇੱਕ ਦੂਸਰੇ ਦੇ ਨਾਲ ਨਜ਼ਦੀਕੀ ਮਹਿਸੂਸ ਹੁੰਦੀ ਹੈ। ਸੱਭਿਆਚਾਰ ਰੰਗ ਬਰੰਗਾ ਪ੍ਰਤੀਤ ਹੁੰਦਾ ਹੈ। ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਹੈ ਜਿਹੜੀ, ਉਸ ਨੂੰ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਵਧੇਰੇ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ। ਇਸ ਖਿੱਤੇ ਦੇ ਸਾਰੇ ਨੌਜਵਾਨਾਂ ਨੂੰ ਜੋੜਿਆ ਜਾ ਸਕਦਾ ਹੈ ਜੇ ਕਾਮਨ ਸੱਭਿਆਚਾਰਕ ਪਲੇਟਫਾਰਮ ਨੌਜਵਾਨਾਂ ਨੂੰ ਮੁਹੱਈਆ ਕਰਵਾਏ ਜਾਣ। ਛੇਵੀਂ ਸੁਜੈਸ਼ਨ ਹੈ ਕਿ ਇਹਨਾਂ ਸਾਰੇ ਰਾਜਾਂ ਨੂੰ ਅੱਤਵਾਦ ਵਿਰੁੱਧ ਇਕੱਠੇ ਹੋਣ ਦੀ ਜ਼ਰੂਰਤ ਹੈ। ਇਹ ਸਾਰੇ ਰਾਜਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਤਵਾਦ ਕਿਸੇ ਧਰਮ ਵਿਸ਼ੇਸ਼ ਦਾ ਕੋਈ ਪਾਰਟ ਨਹੀਂ ਹੈ, ਕਿਸੇ ਧਰਮ ਦੇ ਨੇੜੇ ਨਹੀਂ ਹੈ, ਕਿਸੇ ਧਰਮ ਦਾ ਦੁਸ਼ਮਣ ਨਹੀਂ ਹੈ। ਇਹ ਹਰ ਖੇਤਰ ਦੀ ਖੁਸ਼ਹਾਲੀ ਲਈ, ਹਰ ਖੇਤਰ ਦੀ ਸੁਰੱਖਿਆ ਲਈ ਖਤਰਨਾਕ ਹੈ ਜਿੱਥੇ ਵੀ ਅੱਤਵਾਦ ਹੈ। ਇਸ ਲਈ ਸਾਰੇ ਰਾਜ ਜੇਕਰ ਅੱਤਵਾਦ ਵਿਰੁੱਧ ਸਮੂਹਿਕ ਯਤਨ ਕਰਨ ਤਾਂ ਇਸ ਤੇ ਕਾਫੀ ਹੱਦ ਤੱਕ ਕਾਬੂ ਵੀ ਪਾਇਆ ਜਾ ਸਕਦਾ ਹੈ। ਤੇ ਇਹ ਜਿਹੜਾ ਖੇਤਰ ਹੈ ਸਾਰਕ ਦਾ ਖੇਤਰ, ਦੱਖਣੀ ਏਸ਼ੀਆ ਦਾ ਖੇਤਰ, ਇਹ ਜਿਹੜੀਆਂ ਅੱਤਵਾਦ ਦੇ ਅਧੀਨ ਕੈਜੂਅਲਟੀਜ਼ ਹੁੰਦੀਆਂ ਹਨ, ਨੁਕਸਾਨ ਹੁੰਦਾ ਹੈ, ਉਸ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਦੂਸਰੇ ਨੰਬਰ ਤੇ ਆਉਂਦਾ ਹੈ। ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਇਸ ਖੇਤਰ ਦੇ ਵਿੱਚ ਜਿਹੜੇ ਅੱਤਵਾਦ ਤੋਂ ਪ੍ਰਭਾਵਿਤ ਖੇਤਰ ਹਨ, ਮੀਨਾ ਖੇਤਰ, ਜਿਸ ਨੂੰ ਮਿਡਲ ਈਸਟ ਅਤੇ ਨਾਰਥ ਅਫਰੀਕਾ ਦਾ ਖੇਤਰ ਕਿਹਾ ਜਾਂਦਾ ਹੈ। ਸਾਊਥ ਏਸ਼ੀਆ ਹੈ ਜਿਹੜਾ, ਇਹ ਦੂਸਰੇ ਨੰਬਰ ਤੇ ਆਉਂਦਾ ਹੈ। ਭਾਵ ਜਿਹੜਾ ਸਾਊਥ ਏਸ਼ੀਆ ਹੈ ਇਹ ਅੱਤਵਾਦ ਤੋਂ ਜਿਹੜੇ ਕਾਫੀ ਜ਼ਿਆਦਾ ਪ੍ਰਭਾਵਿਤ ਖੇਤਰ ਨੇ ਉਹਨਾਂ ਦੇ ਵਿੱਚ ਆਉਂਦਾ ਹੈ। ਤੇ ਇਸ ਨਾਲ ਨਜਿੱਠਣ ਲਈ ਇਹਨਾਂ ਰਾਜਾਂ ਨੂੰ ਆਪਸੀ ਸਾਂਝ ਨੂੰ ਹੋਰ ਡੂੰਘੇ ਕਰਨ ਦੀ ਜ਼ਰੂਰਤ ਹੈ ਅਤੇ ਅੱਤਵਾਦ ਵਿਰੁੱਧ ਇਕੱਠੇ ਹੋਣ ਦੀ ਜ਼ਰੂਰਤ ਹੈ। ਇਹਨਾਂ ਰਾਜਾਂ ਦੇ ਵਿੱਚ ਸਮਗਲਿੰਗ ਅਤੇ ਹੋਰ ਅਪਰਾਧ ਨੇ ਜਿਹੜੇ ਉਹ ਵੀ ਕਾਫੀ ਪਾਏ ਜਾਂਦੇ ਹਨ, ਉਹਨਾਂ ਤੇ ਵੀ ਰੋਕ ਦੀ ਜ਼ਰੂਰਤ ਹੈ। ਜਿੱਥੇ ਇਸ ਤਰ੍ਹਾਂ ਦੇ ਅਪਰਾਧ ਹੋਣ ਉੱਥੇ ਬਿਜ਼ਨਸ ਨੂੰ ਸੇਫ ਨਹੀਂ ਮੰਨਿਆ ਜਾਂਦਾ। ਜਿੱਥੇ ਬਿਜ਼ਨਸ ਨੂੰ ਸੇਫ ਨਹੀਂ ਮੰਨਿਆ ਜਾਂਦਾ ਉੱਥੇ ਫੋਰਨ ਇਨਵੈਸਟਮੈਂਟ ਹੈ ਜਿਹੜੀ ਉਸ ਤੇ ਕਾਫੀ ਨੈਗੇਟਿਵ ਇਫੈਕਟ ਇਸ ਤੱਤ ਦਾ ਪੈਂਦਾ ਹੈ। ਅਤੇ ਜਿਹੜਾ ਇਹਨਾਂ ਰਾਜਾਂ ਦੇ ਵਿੱਚ ਸਮਗਲਿੰਗ ਤੇ ਹੋਰ ਅਪਰਾਧ ਨੇ ਉਸ ਦਾ ਗ੍ਰਾਫ ਇਹਨਾਂ ਰਾਜਾਂ ਦੇ ਵਿੱਚ ਕਾਫੀ ਉੱਚਾ ਹੈ, ਕਾਫੀ ਹਾਇਰ ਹੈ। ਇਹਨਾਂ ਸਾਰੇ ਰਾਜਾਂ ਨੂੰ ਮਿਲ ਕੇ ਇਸ ਤਰ੍ਹਾਂ ਦੇ ਰੂਲ ਰੈਗੂਲੇਸ਼ਨ, ਇਸ ਤਰ੍ਹਾਂ ਦੇ ਆਪਣੀਆਂ ਡੋਮੈਸਟਿਕ ਪਾਲਿਸੀਜ਼, ਇਸ ਤਰ੍ਹਾਂ ਦੇ ਆਪਣੇ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਕਿ ਸਮਗਲਿੰਗ ਅਤੇ ਹੋਰ ਅਪਰਾਧਾਂ ਤੇ ਰੋਕ ਲੱਗ ਸਕੇ। ਜਿਹੜਾ ਅਸੀਂ ਕਹਿੰਦੇ ਹਾਂ ਕਿ ਬਿਜ਼ਨਸ ਤੇ ਪ੍ਰਭਾਵ ਪੈਂਦਾ ਹੈ ਆਰਗੇਨਾਈਜ਼ਡ ਕ੍ਰਾਈਮ ਦਾ, ਇਸ ਨੂੰ ਬਿਜ਼ਨਸ ਕਾਸਟ ਆਫ ਆਰਗੇਨਾਈਜ਼ਡ ਕ੍ਰਾਈਮ ਕਿਹਾ ਜਾਂਦਾ ਹੈ। ਏਸ਼ੀਆ ਦੇ ਵਿੱਚ ਇਹ ਕਾਫੀ ਪਾਇਆ ਜਾਂਦਾ ਹੈ। ਜਿਹੜੇ ਸਾਰਕ ਰਾਜ ਨੇ ਇਹਨਾਂ ਦੇ ਵਿੱਚੋਂ ਇੱਕ ਰਾਜ ਪਾਕਿਸਤਾਨ ਤਾਂ ਜਿਹੜੇ ਮੋਸਟ ਅਫੈਕਟਡ ਕੰਟਰੀਜ਼ ਨੇ ਆਰਗੇਨਾਈਜ਼ਡ ਕ੍ਰਾਈਮ ਤੋਂ, ਉਹਨਾਂ ਦੇ ਵਿੱਚ ਆਉਂਦਾ ਹੈ। ਬਾਕੀ 4 ਰਾਜ ਸ਼੍ਰੀਲੰਕਾ, ਇੰਡੀਆ, ਬੰਗਲਾਦੇਸ਼ ਅਤੇ ਨੇਪਾਲ, ਇਹ ਜਿਹੜੇ ਕਾਫੀ ਅਫੈਕਟਡ ਕੰਟਰੀਜ਼ ਨੇ ਉਹਨਾਂ 'ਚੋਂ ਆਉਂਦਾ ਹੈ। ਤੇ ਕੋਈ ਵੀ ਰਾਜ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਲੀਸਟ ਅਫੈਕਟਡ ਕੰਟਰੀਜ਼ ਦੇ ਵਿੱਚ ਆਉਂਦਾ ਹੋਵੇ। ਇਸ ਤਰ੍ਹਾਂ ਜਿਹੜਾ ਇਹਨਾਂ ਰਾਜਾਂ ਦਾ ਬਿਜ਼ਨਸ ਹੈ, ਇਕੋਨਮੀ ਹੈ, ਉਸ 'ਤੇ ਕਾਫੀ ਜ਼ਿਆਦਾ ਨੈਗੇਟਿਵ ਪ੍ਰਭਾਵ ਸਮਗਲਿੰਗ ਤੇ ਅਪਰਾਧਾਂ ਦਾ ਹੈ। ਇਸ ਨੂੰ ਸਾਰੇ ਰਾਜਾਂ ਨੂੰ ਰਲ ਮਿਲ ਕੇ ਰੋਕੇ ਜਾਣ ਦੀ ਜ਼ਰੂਰਤ ਹੈ। 8ਵੀਂ ਸੁਜੈਸ਼ਨ ਹੈ ਸਾਰਕ ਦੇ ਸਮਾਗਮ ਨਿਯਮਿਤ ਹੋਣੇ ਚਾਹੀਦੇ ਹਨ। ਸਾਰਕ ਦਾ ਜਿਹੜਾ ਸਭ ਤੋਂ ਟੌਪ ਦਾ ਸਮਾਗਮ ਹੁੰਦਾ ਹੈ, ਸਭ ਤੋਂ ਉੱਚ ਡਿਸੀਜਨ ਮੇਕਿੰਗ ਬਾਡੀ ਹੈ, ਉਹਨੂੰ ਕਹਿੰਦੇ ਹਾਂ ਸਾਰਕ ਸਮਿਟ, ਸਾਰਕ ਸਿਖਰ ਸੰਮੇਲਨ। ਸਾਰਕ ਦੇ ਚਾਰਟਰ ਦੇ ਅਨੁਸਾਰ ਹਰ ਸਾਲ ਦੇ ਵਿੱਚ ਇੱਕ ਸਮਾਗਮ ਹੋਣਾ ਜ਼ਰੂਰੀ ਹੁੰਦਾ ਹੈ ਜਿੱਥੇ ਸਾਰੇ ਰਾਜਾਂ ਦੇ ਹੈਡਸ ਆਫ ਸਟੇਟਸ ਜਾਂ ਹੈਡਸ ਆਫ ਗਵਰਨਮੈਂਟਸ ਹਿੱਸਾ ਲੈਂਦੇ ਹਨ। ਪਰੰਤੂ ਇਹਨਾਂ ਰਾਜਾਂ ਦੇ ਵਿੱਚ ਆਪਸੀ ਡਿਫਰੈਂਸਿਸ ਹੋਣ ਕਾਰਨ, ਵਿਸ਼ੇਸ਼ ਕਰਕੇ ਅਤੇ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਡਿਫਰੈਂਸਿਸ ਹੋਣ ਕਾਰਨ ਇਹਨਾਂ ਦੇ ਸਮਾਗਮ ਕਈ ਵਾਰੀ ਨਹੀਂ ਹੁੰਦੇ ਤੇ ਕਈ ਵਾਰੀ ਪੋਸਟਪੋਨ ਕਰਨੇ ਪੈਂਦੇ ਹਨ, ਕਈ ਵਾਰੀ ਬਾਈਕਾਟ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਪਿਛਲੇ 34 ਸਾਲਾਂ ਦੇ ਵਿੱਚ ਸਿਰਫ 18 ਸਾਰਕ ਸਿਖਰ ਸੰਮੇਲਨ ਹੋ ਸਕੇ ਹਨ। ਬੇਸ਼ੱਕ ਚਾਰਟਰ ਦੇ ਅਨੁਸਾਰ ਹਰ ਸਾਲ ਸਮਾਗਮ ਹੋਣਾ ਜ਼ਰੂਰੀ ਹੈ। ਰਾਜਾਂ ਦੇ ਕਿਉਂਕਿ ਆਪਸੀ ਵਿਵਾਦਾਂ ਕਾਰਨ ਕਈ ਵਾਰੀ ਇਹ ਸਾਰਕ ਸੰਮੇਲਨ ਰੱਦ ਹੋਏ ਹਨ। 2016 ਦਾ ਜੋ ਲਾਸਟ ਸਿਖਰ ਸੰਮੇਲਨ ਸੀ ਉਹ ਭਾਰਤ ਦੇ ਵਿੱਚ ਅੱਤਵਾਦੀ ਹਮਲੇ ਕਾਰਨ ਭਾਰਤ ਦੁਆਰਾ ਬਾਈਕਾਟ ਕੀਤਾ ਗਿਆ ਸੀ, ਕਿਉਂਕਿ ਉਹ ਸਿਖਰ ਸੰਮੇਲਨ ਪਾਕਿਸਤਾਨ ਵਿੱਚ ਹੋ ਰਿਹਾ ਸੀ। ਭਾਰਤ ਦੇ ਨਾਲ ਹੋਰ ਕਈ ਰਾਜਾਂ ਨੇ ਬਾਈਕਾਟ ਕੀਤਾ ਤੇ ਇਸ ਤਰ੍ਹਾਂ ਉਹ ਸਿਖਰ ਸੰਮੇਲਨ ਰੱਦ ਹੋ ਗਿਆ। ਨਿਯਮਤ
ਤੌਰ ਤੇ ਰੈਗੂਲਰ ਤੌਰ ਤੇ ਸਿਖਰ ਸੰਮੇਲਨ ਨਾ ਹੋਣ ਕਾਰਨ ਜਿਹੜੀ ਪ੍ਰੋਗਰੈਸ ਹੋ ਰਹੀ ਹੁੰਦੀ ਹੈ ਸਾਰਕ ਦੇ ਅੰਡਰ, ਉਸ ਦੇ ਵਿੱਚ ਖੜੋਤ ਆ ਜਾਂਦੀ ਹੈ। ਇਹ ਜਿਹੜੀਆਂ ਸੁਜੈਸ਼ਨਸ ਨੇ, ਇਹਨਾਂ ਤੇ ਨਿਗਾਹ ਮਾਰਨ ਤੋਂ ਬਾਅਦ ਅਸੀਂ ਕਨਕਲੂਡ ਕਰ ਸਕਦੇ ਹਾਂ ਕਿ ਸਾਰਕ ਦੱਖਣੀ ਏਸ਼ੀਆ ਦੇ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਵਧਾਉਣ ਲਈ ਬਹੁਤ ਇੰਪੋਰਟੈਂਟ, ਬਹੁਤ ਲਾਭਦਾਇਕ ਪਲੇਟਫਾਰਮ ਸਿੱਧ ਹੋ ਸਕਦਾ ਹੈ ਸਾਰੇ ਹੀ ਰਾਜਾਂ ਲਈ। ਸਹਿਯੋਗ ਵਿੱਚ ਵਾਧਾ ਹੋਣ ਦੇ ਨਾਲ ਸਮੁੱਚੇ ਖਿੱਤੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਸਹਾਇਤਾ ਮਿਲ ਸਕਦੀ ਹੈ। ਇਸ ਲਈ ਸਾਰੇ ਮੈਂਬਰ ਰਾਜਾਂ ਦੇ ਹਿੱਤ ਵਿੱਚ ਹੈ ਕਿ ਸੰਪਰਦਾਇਕਤਾ, ਇਤਿਹਾਸਕ ਕੁੜੱਤਣ, ਰਾਜਨੀਤਿਕ ਡਿਫਰੈਂਸਿਸ, ਇਹ ਸਾਰਿਆਂ ਨੂੰ ਛੱਡ ਕੇ ਆਪਸੀ ਵਿਸ਼ਵਾਸ ਦੀ ਬਹਾਲੀ ਕਰਨ, ਅਤੇ ਆਪਸੀ ਵਿਸ਼ਵਾਸ ਦੀ ਬਹਾਲੀ ਹੀ ਆਪਸੀ ਸਾਂਝ ਦਾ ਕਾਰਨ ਬਣ ਸਕਦੀ ਹੈ, ਉਸ ਦਾ ਆਧਾਰ ਬਣ ਸਕਦੀ ਹੈ। ਇਸੇ ਦੇ ਉੱਪਰ ਆਰਥਿਕ ਸਾਂਝ ਟਿਕੇਗੀ, ਇਸੇ ਦੇ ਉੱਪਰ ਰਾਜਨੀਤਿਕ ਨੇੜਤਾ ਟਿਕੇਗੀ, ਇਸੇ ਦੇ ਉੱਪਰ ਇਸ ਸਮੁੱਚੇ ਖਿੱਤੇ ਦਾ ਵਿਕਾਸ ਟਿਕੇਗਾ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।